ਬੋਰਿਸ ਪੋਲੇਵੋਈ ਦਾ ਨਾਵਲ ਅਸਲੀ ਇਨਸਾਨ ਦੀ ਕਹਾਣੀ ਹੈ। ਅਨੁਵਾਦਕ ਹੈ ਗੁਰੂ ਬਖਸ਼। ਪਹਿਲਾ ਭਾਗ। ਪਹਿਲਾ ਅੰਕ। ਸਿਤਾਰੇ ਅਜੇ ਵੀ ਝਿਲਮਿਲਾ ਰਹੇ ਸਨ, ਤੇਜ਼ ਤੇ ਸ਼ੀਤਲ, ਪਰ ਪੂਰਬ 'ਚ ਲੋ ਲੱਗਣੀ ਸ਼ੁਰੂ ਹੋ ਚੁੱਕੀ ਸੀ। ਦਰੱਖਤਾਂ ਦੇ ਆਕਾਰ ਹਨੇਰੇ ਵਿੱਚੋਂ ਜ਼ਰਾ ਜ਼ਰਾ ਉਗੜਨ ਲੱਗ ਪਏ ਸਨ। ਇੱਕਦਮ ਤੇਜ਼ ਸੱਜਰੀ ਹਵਾ ਉਹਨਾਂ ਦੀਆਂ ਸਿਖਰਾਂ ਦੇ ਉੱਪਰੋਂ ਦੀ ਵਗਣ ਲੱਗੀ। ਜੰਗਲ 'ਚ ਇੱਕਦਮ ਜਾਨ ਪੈ ਗਈ ਤੇ ਇਹ ਭਰਵੇਂ ਟੁਣਕਵੇਂ ਸ਼ੋਰ ਨਾਲ ਭਰ ਗਿਆ। 100 ਸਾਲ ਪੁਰਾਣੇ ਦਿਆਰ ਬੇਚੈਨ ਸਾਂ ਕਰਦੀਆਂ ਆਵਾਜ਼ਾਂ 'ਚ ਇੱਕ ਦੂਜੇ ਨਾਲ ਘੁਸਰ ਮੁਸਰ ਕਰਨ ਲੱਗੇ ਤੇ ਉਹਨਾਂ ਦੀਆਂ ਕੰਬਦੀਆਂ ਟਾਹਣੀਆਂ ਉੱਪਰੋਂ ਕੱਕਰ ਹਲਕੀ ਹਲਕੀ ਸਰਸਰਾਟ ਨਾਲ ਕਿਰਨਾ ਸ਼ੁਰੂ ਹੋ ਗਿਆ। ਹਵਾ ਜਿਸ ਤਰ੍ਹਾਂ ਇੱਕਦਮ ਵਗਣੀ ਸ਼ੁਰੂ ਹੋਈ ਸੀ, ਉਸੇ ਤਰ੍ਹਾਂ ਇੱਕਦਮ ਰੁਕ ਗਈ। ਦਰੱਖਤ ਫਿਰ ਆਪਣੀ ਯੱਖ ਨੀਂਦਰ 'ਚ ਬੇਹਰਕਤ ਹੋ ਗਏ। ਫਿਰ ਇੱਕਦਮ ਪ੍ਰਭਾਤ ਤੋਂ ਪਹਿਲਾਂ ਦੀਆਂ ਜੰਗਲ ਦੀਆਂ ਸਾਰੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਲਾਗਲੀ ਜੂਹ 'ਚ ਭੁੱਖੇ ਭੇੜੀਆਂ ਦੀ ਆਪਸੀ ਘੁਰ-ਘੁਰ, ਲੂੰਬੜੀਆਂ ਦਾ ਚੌਕਸ ਹੁਆਂਕਣਾ ਤੇ ਹੁਣੇ ਉੱਠੇ ਚੱਕੀ ਰਾਹੇ ਦੀ ਪਹਿਲੀ ਅਨਿਸ਼ਚਿਤ ਠਕ-ਠਕ, ਜਿਹੜੀ ਸ਼ਾਂਤ ਜੰਗਲ 'ਚ ਇੰਨੀ ਸੰਗੀਤਕ ਆਵਾਜ਼ ਪੈਦਾ ਕਰ ਰਹੀ ਸੀ ਕਿ ਇੰਝ ਲੱਗਦਾ ਸੀ ਜਿਵੇਂ ਉਹ ਦਰੱਖਤ ਦੇ ਤਣੇ ਨੂੰ ਨਹੀਂ, ਸਗੋਂ ਵਾਇਲਨ ਨੂੰ ਠਕੋਰ ਰਿਹਾ ਹੋਵੇ। ਦਿਆਰਾਂ ਦੀਆਂ ਬੋਝਲ ਟੀਸੀਆਂ ਉੱਪਰੋਂ ਦੀ ਹਵਾ ਫਿਰ ਸ਼ੋਰ ਮਚਾਉਂਦੇ ਹੋਏ ਬੁੱਲੇ ਬਣ ਕੇ ਵਗਣ ਲੱਗੀ। ਇਸ ਵੇਲੇ ਰੌਸ਼ਨ ਹੋ ਚੁੱਕੇ ਆਕਾਸ਼ 'ਚ ਆਖਰੀ ਸਿਤਾਰੇ ਮਲਕੜੇ ਜੇ ਬੁਝ ਗਏ। ਆਕਾਸ਼ ਖੁਦ ਵੀ ਸੁੰਗੜ ਗਿਆ ਤੇ ਸੰਘਣਾ ਹੋ ਗਿਆ ਲੱਗਦਾ ਸੀ। ਰਾਤ ਦੇ ਹਨੇਰੇ ਦੇ ਬਾਕੀ ਨਿਸ਼ਾਨ ਵੀ ਲਾਹ ਮਾਰਦਾ ਹੋਇਆ ਜੰਗਲ ਆਪਣੀ ਸਾਰੀ ਤਾਜ਼ਾ ਸ਼ਾਨ ਨਾਲ ਉਤਰ ਆਇਆ। ਦਿਆਰਾਂ ਦੇ ਘੁੰਗਰਾਲੇ ਸਿਰਾਂ ਤੇ ਫਰ ਦੇ ਦਰੱਖਤਾਂ ਦੀਆਂ ਨੁਕੀਲੀਆਂ ਟੀਸੀਆਂ ਨੂੰ ਛੋਹਰੀ ਗੁਲਾਬੀ ਭਾਅ ਤੋਂ ਇਹ ਦੱਸਿਆ ਜਾ ਸਕਦਾ ਸੀ ਕਿ ਸੂਰਜ ਚੜ੍ਹ ਆਇਆ ਤੇ ਦਿਨ ਸਾਫ਼ ਹੋਏਗਾ, ਸਰਦੀ ਖੂਬ ਪਏਗੀ ਤੇ ਕੱਕਰ ਵੀ ਪਏਗਾ। ਹੁਣ ਤੱਕ ਬਿਲਕੁਲ ਚਾਨਣ ਹੋ ਚੁੱਕਾ ਸੀ। ਰਾਤ ਦੇ ਸ਼ਿਕਾਰ ਨੂੰ ਹਜ਼ਮ ਕਰਨ ਲਈ ਭੇੜੀਏ ਜੰਗਲ ਦੇ ਅੰਦਰ ਜਾ ਵੜੇ ਸਨ ਤੇ ਲੂੰਬੜੀਆਂ ਵੀ ਬਰਫ਼ ਉੱਤੇ ਚਲਾਕੀ ਨਾਲ ਵਾਹੇ ਗਏ ਟੇਢੇ ਮੇਢੇ ਨਿਸ਼ਾਨ ਛੱਡ ਕੇ ਮੈਦਾਨ 'ਚੋਂ ਜਾ ਚੁੱਕੀਆਂ ਸਨ। ਪੁਰਾਤਨ ਜੰਗਲ ਹੁਣ ਇੱਕਸਾਰ ਲਗਾਤਾਰ ਆਵਾਜ਼ ਨਾਲ ਗੂੰਜ ਰਿਹਾ ਸੀ। ਸਿਰਫ ਪੰਛੀਆਂ ਦਾ ਚਹਿ-ਚਹਾਉਣਾ ਤੇ ਚੱਕੀ ਰਾਹੇ ਦੀ ਠਕ-ਠਕ, ਟਾਹਣੀਓਂ ਟਾਹਣੀ ਫੁਦਕਦੀਆਂ ਫਿਰਦੀਆਂ ਪੀਲੀਆਂ ਪਿੱਦੀਆਂ ਦੀ ਖੁਸ਼ ਚੀਂ-ਚੀਂ ਦੇ ਨਾਲ ਨੀਲਕੰਠਾਂ ਦੀ ਖੁਸ਼ਕ ਤੇ ਭੁੱਖੀ ਟਰਾਂ-ਟਰਾਂ ਜੰਗਲ ਦੇ ਵਿੱਚੋਂ ਦੀ ਹਲਕੀਆਂ ਲਹਿਰਾਂ ਦੇ ਰੂਪ 'ਚ ਵਹਿ ਰਹੀ ਇਸ ਸੋਗੀ ਉਤਸੁਕ ਤੇ ਲਮਕਮੀ ਆਵਾਜ਼ ਨੂੰ ਕੋਈ ਵੱਖਰਾ ਰੰਗ ਦੇ ਰਹੀ ਸੀ। ਆਲਡਰ ਦੇ ਰੁੱਖ ਦੀ ਟਾਹਣ ਉੱਤੇ ਆਪਣੀ ਤੇਜ਼ ਕਾਲੀ ਚੁੰਝ ਨੂੰ ਤਿੱਖੀ ਕਰਦਿਆਂ ਕਾਲਕੋਟ ਨੇ ਆਪਣਾ ਸਿਰ ਖੜਾ ਕਰ ਲਿਆ। ਜ਼ਰਾ ਕੁ ਕੰਨ ਲਾ ਕੇ ਸੁਣਿਆ ਤੇ ਉੱਡਣ ਲਈ ਤਿਆਰ ਹਾਲਤ 'ਚ ਆ ਗਈ। ਟਾਹਣੀਆਂ ਆਵਾਜ਼ ਦੇਣ ਲੱਗੀਆਂ ਜਿਵੇਂ ਖਤਰੇ ਦੀ ਸੂਚਨਾ ਦੇ ਰਹੀਆਂ ਹੋਣ। ਕੋਈ ਵੱਡਾ ਸਾਰਾ ਤੇ ਮਜ਼ਬੂਤ ਜੀਵ ਹੇਠਾਂ ਉੱਗੀਆਂ ਝਾੜੀਆਂ ਦੇ ਵਿੱਚੋਂ ਦੀ ਪੈਰ ਧਰੂੰਦਾ ਲੰਘ ਰਿਹਾ ਸੀ। ਝਾੜੀਆਂ ਸਰਸਰ ਕਰਨ ਲੱਗੀਆਂ। ਛੋਟੇ ਦਿਆਰਾਂ ਦੀਆਂ ਟੀਸੀਆਂ ਬੇਚੈਨੀ ਨਾਲ ਝੂਲਣ ਲੱਗੀਆਂ। ਖਸਤਾ ਬਰਫ਼ ਦੀ ਕਿਰਚ ਸੁਣਾਈ ਦੇਣ ਲੱਗੀ। ਕਾਲਕੋਟ ਨੇ ਚੀਕ ਮਾਰੀ ਤੇ ਆਪਣੀ ਤੀਰ ਵਰਗੀ ਪੂਛ ਨੂੰ ਸਿੱਧਾ ਕਰਦੀ ਹੋਈ ਉੱਥੋਂ ਉੱਡ ਗਈ। ਬਰਫ਼ ਢਕੇ ਦਿਆਰਾਂ ਦੇ ਵਿੱਚੋਂ ਇੱਕ ਲੰਮੀ ਭੂਰੀ ਜਿਹੀ ਥੂਥਣੀ ਨਜ਼ਰ ਆਈ, ਜਿਹਦੇ ਸਿਰ ਉੱਤੇ ਭਾਰੀ ਭਰਕਮ ਸ਼ਾਖਦਾਰ ਸਿੰਗ ਸਨ। ਉਹਦੀਆਂ ਡਰਦੀਆਂ ਅੱਖਾਂ ਅਥਾਹ ਵਾਦੀ ਨੂੰ ਘੋਖ ਰਹੀਆਂ ਸਨ। ਗੁਲਾਬੀ ਮਖਮਲੀ ਨਾਸਾਂ ਜ਼ੋਰ ਦੀ ਫਰਕ ਰਹੀਆਂ ਸਨ ਤੇ ਗਰਮ ਭਾਫਦਾਰ ਸਾਹ ਦੇ ਬੱਦਲ ਛੱਡ ਰਹੀਆਂ ਸਨ। ਬੁੱਢਾ ਰੋਜ਼ ਦਿਆਰਾਂ ਵਿਚਕਾਰ ਬੁੱਤ ਬਣਿਆ ਖੜਾ ਸੀ। ਸਿਰਫ ਇਹਦੀ ਪਿੱਠ ਦੀ ਚਮੜੀ ਕੰਬ ਰਹੀ ਸੀ। ਇਹਦੇ ਕੰਨ ਡਰ ਨਾਲ ਖੜੇ ਹਰ ਆਵਾਜ਼ ਸੁਣ ਰਹੇ ਸਨ ਤੇ ਇਹਦੀ ਸੁਣਨ ਸ਼ਕਤੀ ਇੰਨੀ ਸੂਖਮ ਸੀ ਕਿ ਇਹ ਕਿਸੇ ਦਿਆਰ ਦੇ ਤਣੇ 'ਚ ਛੇਕ ਕਰ ਰਹੇ ਕਿਸੇ ਗਬਰੈਲੇ ਦੀ ਆਵਾਜ਼ ਵੀ ਸੁਣ ਸਕਦਾ ਸੀ। ਪਰ ਇਹਨਾਂ ਸੂਖਮ ਕੰਨਾਂ ਨੂੰ ਵੀ ਪੰਛੀਆਂ ਦੀ ਚਾਂ ਚੱਕੀ ਰਾਹੇ ਦੀ ਠਕ-ਠਕ ਤੇ ਦਿਆਰਾਂ ਦੀਆਂ ਟੀਸੀਆਂ ਦੀ ਇਕਸਾਰ ਸਰਸਰ ਤੋਂ ਛੁੱਟ ਕੁਛ ਨਹੀਂ ਸੀ ਸੁਣਾਈ ਦੇ ਰਿਹਾ। ਰੋਜ਼ ਦੀ ਸੁਣਨ ਸ਼ਕਤੀ ਉਹਨੂੰ ਧਰਵਾਸ ਦਿੰਦੀ ਲੱਗਦੀ ਸੀ, ਪਰ ਉਹਦੀ ਸੁੰਘਣ ਸ਼ਕਤੀ ਉਹਨੂੰ ਖਤਰੇ ਦੀ ਚੇਤਾਵਨੀ ਦੇ ਰਹੀ ਸੀ। ਪਿਘਲਦੀ ਬਰਫ਼ ਦੀ ਸੱਜਰੀ ਵਾਸ਼ਨਾ ਦੇ ਨਾਲ ਤੇਜ਼ ਭੈੜੀਆਂ ਲੱਗਦੀਆਂ ਤੇ ਮਨਹੂਸ ਜਿਹੀਆਂ ਬੂਆਂ ਰਲੀਆਂ ਹੋਈਆਂ ਸਨ, ਜਿਹੜੀਆਂ ਇਸ ਜੰਗਲ ਲਈ ਉਪਰੀਆਂ ਸਨ। ਪਸ਼ੂ ਦੀਆਂ ਉਦਾਸ ਕਾਲੀਆਂ ਅੱਖਾਂ ਲਿਸ਼ਕਦੀ ਚਿੱਟੀ ਬਰਫ਼ ਦੀ ਪੇਪੜੀ ਉੱਤੇ ਪਏ ਕਾਲੇ ਜਿਹੇ ਆਕਾਰਾਂ ਉੱਪਰ ਜਾ ਪਈਆਂ। ਬਿਨਾਂ ਹਿੱਲਿਆਂ ਉਹਨੇ ਹਰ ਪੱਠਾ ਅਕੜਾ ਲਿਆ
ਤੇ ਝਾੜੀਆਂ 'ਚ ਜਾ ਵੜਨ ਲਈ ਤਿਆਰ ਹੋ ਗਿਆ। ਪਰ ਬਰਫ਼ ਉੱਪਰਲੇ ਆਕਾਰ ਬੇਹਰਕਤ ਇੱਕ ਦੂਜੇ ਦੇ ਨਾਲ ਲੱਗੇ ਹੋਏ ਇੱਕ ਦੂਜੇ ਦੇ ਉੱਪਰ ਪਏ ਸਨ। ਉਹਨਾਂ ਦੀ ਗਿਣਤੀ ਕਾਫੀ ਸੀ, ਪਰ ਇੱਕ ਵੀ ਹਿਲਜੁਲ ਨਹੀਂ ਸੀ ਰਿਹਾ ਤੇ ਇਸ ਪਵਿੱਤਰ ਸ਼ਾਂਤੀ ਨੂੰ ਭੰਗ ਨਹੀਂ ਸੀ ਕਰ ਰਿਹਾ। ਉਹਨਾਂ ਦੇ ਨੇੜੇ ਬਰਫ਼ ਦੇ ਢੇਰਾਂ ਵਿੱਚੋਂ ਅਜੀਬ ਦੈਂਤਾਂ ਵਰਗੀਆਂ ਸ਼ਕਲਾਂ ਦਿਖਾਈ ਦੇ ਰਹੀਆਂ ਸਨ। ਇਹਨਾਂ ਵਿੱਚੋਂ ਹੀ ਉਹ ਤੇਜ਼ ਤੇ ਮਨਹੂਸ ਬੂਆਂ ਆ ਰਹੀਆਂ ਸਨ। ਰੋਜ਼ ਡਰੀਆਂ ਹੋਈਆਂ ਅੱਖਾਂ ਨਾਲ ਵੇਖਦਾ ਵਾਦੀ ਦੇ ਕਿਨਾਰੇ 'ਤੇ ਖੜਾ ਸੀ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਇਹਨਾਂ ਬੇਹਰਕਤ ਤੇ ਦੇਖਣ ਨੂੰ ਹਾਨੀ ਰਹਿਤ ਲੱਗਦੇ ਮਨੁੱਖੀ ਆਕਾਰਾਂ ਦੇ ਢੇਰ ਨੂੰ ਕੀ ਹੋ ਗਿਆ। ਉੱਪਰ ਵੱਲੋਂ ਕਿਸੇ ਆਵਾਜ਼ ਨੇ ਪਸ਼ੂ ਨੂੰ ਤਰਬਕਾ ਦਿੱਤਾ। ਉਹਦੀ ਪਿੱਠ ਦੀ ਚਮੜੀ ਮੁੜ ਥਰਕਣ ਲੱਗੀ ਤੇ ਇਹਦੀਆਂ ਪਿਛਲੀਆਂ ਲੱਤਾਂ ਦੇ ਪੱਠੇ ਹੋਰ ਤਣ ਗਏ। ਪਰ ਇਹ ਆਵਾਜ਼ ਵੀ ਹਾਨੀ ਰਹਿਤ ਲੱਗੀ। ਇਹ ਲਵੇ ਲਵੇ ਬਰਚੇ ਦੇ ਦਰਖਤ ਦੇ ਪੱਤਿਆਂ ਵਿਚਕਾਰ ਚੱਕਰ ਕੱਟ ਰਹੇ ਭੌਰਿਆਂ ਦੀ ਮੱਧਮ ਜੀ ਭੀਂ ਭੀਂ ਵਾਂਗ ਸੀ। ਵਿੱਚ ਵਿੱਚ ਇਸ ਭੀਂ ਭੀਂ ਦੇ ਨਾਲ ਕੋਈ ਛੋਟੀ ਜਿਹੀ ਤਿੱਖੀ ਆਵਾਜ਼ ਸੁਣਾਈ ਦੇਣ ਲੱਗ ਪੈਂਦੀ ਸੀ, ਜਿਵੇਂ ਸ਼ਾਮ ਨੂੰ ਦਲਦਲ 'ਚ ਕੋਈ ਡੱਡੂ ਟर्रा ਉੱਠਦਾ। ਫਿਰ ਭੌਰ ਵੀ ਦਿਖਾਈ ਦੇਣ ਲੱਗ ਪਏ। ਉਹ ਆਪਣੇ ਚਮਕਦੇ ਪਰਾਂ ਨਾਲ ਨੀਲੇ ਕਕਰੀਲੇ ਆਕਾਸ਼ 'ਚ ਨਾਚ ਕਰ ਰਹੇ ਸਨ। ਮੁੜ ਮੁੜ ਕੇ ਉੱਪਰੋਂ ਪੰਛੀ ਦੀ ਟਰਰਾਉਣ ਦੀ ਆਵਾਜ਼ ਸੁਣਾਈ ਦਿੰਦੀ। ਇੱਕ ਭੌਰਾ ਪਰਾਂ ਨੂੰ ਫੈਲਾਈ ਜ਼ਮੀਨ 'ਤੇ ਡਿੱਗਣ ਲੱਗਾ। ਬਾਕੀ ਭੌਰੇ ਨੀਲੇ ਆਕਾਸ਼ 'ਚ ਨੱਚਦੇ ਰਹੇ। ਰੋਜ਼ ਨੇ ਆਪਣੇ ਪੱਠੇ ਢਿੱਲੇ ਛੱਡ ਦਿੱਤੇ। ਮੈਦਾਨ ਵੱਲ ਨੂੰ ਵਧਿਆ ਤੇ ਆਕਾਸ਼ ਵੱਲ ਗਹਿਰੀਆਂ ਨਜ਼ਰਾਂ ਨਾਲ ਤੱਕਦਿਆਂ ਉਹਨੇ ਭੁਰਭੁਰੀ ਬਰਫ਼ ਨੂੰ ਚੱਟਣਾ ਸ਼ੁਰੂ ਕਰ ਦਿੱਤਾ। ਇੱਕਦਮ ਇੱਕ ਹੋਰ ਭੌਰਾ ਨਾਚ ਕਰ ਰਹੇ ਝੁੰਡ 'ਚੋਂ ਵੱਖ ਹੋਇਆ ਤੇ ਸੰਘਣੀ ਪੱਛ ਵਰਗੀ ਲਕੀਰ ਪਿੱਛੇ ਛੱਡਦਾ ਹੋਇਆ ਸਿੱਧਾ ਮੈਦਾਨ ਵੱਲ ਨੂੰ ਟੁੱਬੀ ਮਾਰ ਗਿਆ। ਇਹਦਾ ਆਕਾਰ ਵੱਡਾ ਹੋਣ ਲੱਗਾ, ਇੰਨੀ ਤੇਜ਼ੀ ਨਾਲ ਵੱਡਾ ਹੋਣ ਲੱਗਾ ਕਿ ਰੋਜ਼ ਅਜੇ ਜੰਗਲ ਵੱਲ ਨੂੰ ਭੱਜਣ ਲਈ ਇੱਕ ਵੀ ਛਲਾਂਗ ਨਹੀਂ ਸੀ ਲਾ ਸਕਿਆ ਕਿ ਭਾਰੀ ਭਰਕਮ ਤੇ ਪਤਝੜੀ ਤੂਫਾਨ ਦੇ ਇੱਕਦਮ ਛੁੱਟ ਪੈਣ ਨਾਲੋਂ ਵੀ ਵਧੇਰੇ ਭਿਆਨਕ ਕੋਈ ਚੀਜ਼ ਦਰਖਤ ਦੀਆਂ ਟੀਸੀਆਂ ਨਾਲ ਆ ਵੱਜੀ ਤੇ ਧਮਾਕੇ ਨਾਲ ਜ਼ਮੀਨ ਉੱਤੇ ਆ ਡਿੱਗੀ, ਜਿਸ ਨਾਲ ਸਾਰਾ ਜੰਗਲ ਗੂੰਜ ਉੱਠਿਆ। ਇਹ ਗੂੰਜ ਕਿਸੇ ਕਰਰਾਹਟ ਵਾਂਗ ਸੀ, ਜਿਹਦੀ ਗੂੰਜ ਦਰਖਤਾਂ ਦੇ ਵਿੱਚੋਂ ਦੀ ਹੁੰਦੀ ਹੋਈ ਰੋਜ਼ ਤੱਕ ਵੀ ਆ ਗਈ, ਜਿਹੜਾ ਛੂਟ ਵੱਟੀ ਜੰਗਲ ਦੇ ਧੁਰ ਅੰਦਰ ਵੱਲ ਨੂੰ ਨੱਠਾ ਜਾ ਰਿਹਾ ਸੀ। ਇਹ ਗੂੰਜ ਦਿਆਰਾਂ ਦੀਆਂ ਗਹਿਰਾਈਆਂ 'ਚ ਡੁੱਬ ਗਈ। ਧੂੜ ਵਰਗਾ ਕੱਕਰ, ਜਿਹਨੂੰ ਡਿੱਗਦੇ ਹਵਾਈ ਜਹਾਜ਼ ਨੇ ਹਿਲਾ ਦਿੱਤਾ ਸੀ, ਲਿਸ਼ਕਾਂ ਮਾਰਦਾ ਦਰਖਤਾਂ ਦੀਆਂ ਟੀਸੀਆਂ ਤੋਂ ਹੇਠਾਂ ਡਿੱਗ ਰਿਹਾ ਸੀ। ਇੱਕ ਵਾਰੀ ਮੁੜ ਬੋਝਲ ਚੁੱਪ ਨੇ ਸਭ ਕਾਸੇ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਚੁੱਪ 'ਚ ਇੱਕ ਆਦਮੀ ਦੀ ਕਰਰਾਹਟ ਤੇ ਰਿੱਛ ਦੇ ਪੈਰਾਂ ਹੇਠ ਕਰਚ ਕਰਚ ਕਰਦੀ ਬਰਫ਼ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਸੀ। ਰਿੱਛ ਨੂੰ ਅਸਾਧਾਰਨ ਆਵਾਜ਼ਾਂ ਨੇ ਜੰਗਲ 'ਚੋਂ ਕੱਢ ਕੇ ਮੈਦਾਨ 'ਚ ਲੈ ਆਂਦਾ ਸੀ। ਰਿੱਛ ਬਹੁਤ ਵੱਡਾ, ਬੁੱਢਾ ਤੇ ਜੱਤਲ ਸੀ। ਇਹਦੀ ਉੱਗੜ ਦੁਗੜੀ ਜੱਤ ਇਹਦੀਆਂ ਵਿੱਚ ਵੜੀਆਂ ਵੱਖੀਆਂ ਉੱਪਰ ਭੂਰੇ ਭੂਰੇ ਗੁੱਛੇ ਬਣਾਈ ਉੱਭਰੀ ਹੋਈ ਸੀ ਤੇ ਇਹਦੇ ਪਤਲੇ ਜਿਹੇ ਕੂਲੇ ਉੱਤੇ ਲਟਕੀ ਹੋਈ ਸੀ। ਪਤਝੜ ਤੋਂ ਲੈ ਕੇ ਇਹਨਾਂ ਹਿੱਸਿਆਂ 'ਚ ਲੜਾਈ ਚੱਲਦੀ ਰਹੀ ਸੀ ਤੇ ਇਸ ਸੰਘਣੇ ਪੱਛਮੀ ਜੰਗਲ ਤੱਕ ਵੀ ਪੁੱਜ ਗਈ ਸੀ, ਜਿੱਥੇ ਪਹਿਲਾਂ ਸਿਰਫ ਜੰਗਲ ਦੇ ਦਰੋਗੇ ਤੇ ਸ਼ਿਕਾਰੀ ਹੀ ਆਉਂਦੇ ਹੁੰਦੇ ਸਨ। ਉਹ ਵੀ ਕਦੇ ਕਦਾਈ। ਪਤਝੜ ਵਿੱਚ ਹੀ ਨੇੜੇ ਜੰਗ ਦੀ ਗਰਜ ਨੇ ਰਿੱਛ ਨੂੰ ਐਸੇ ਸਮੇਂ ਆਪਣੇ ਘੋਰਨੇ 'ਚੋਂ ਕੱਢ ਦਿੱਤਾ ਸੀ, ਜਦੋਂ ਇਹ ਆਪਣੀ ਸਿਆਲ ਦੀ ਨੀਂਦ ਦੀਆਂ ਤਿਆਰੀਆਂ ਕਰ ਰਿਹਾ ਸੀ ਤੇ ਹੁਣ ਭੁੱਖ ਨਾਲ ਗੁੱਸੇ 'ਚ ਆਇਆ ਇਹ ਜੰਗਲ ਦੇ ਚੱਕਰ ਕੱਟ ਰਿਹਾ ਸੀ ਤੇ ਬਿਲਕੁਲ ਆਰਾਮ ਨਹੀਂ ਸੀ ਕਰਦਾ। ਰਿੱਛ ਮੈਦਾਨ ਦੇ ਕੰਢੇ ਉਸੇ ਥਾਂ 'ਤੇ ਆ ਕੇ ਰੁਕ ਗਿਆ ਜਿੱਥੇ ਹੁਣੇ ਰੋਜ਼ ਖੜਾ ਸੀ। ਉਹਨੇ ਰੋਜ਼ ਦੀਆਂ ਵੱਡੀਆਂ ਸੱਜਰੀਆਂ ਸੁਆਦੀ ਵਾਸ਼ਨਾ ਵਾਲੀਆਂ ਪੈੜਾਂ ਨੂੰ ਸੁੰਘਿਆ, ਜ਼ੋਰ ਦੀ ਤੇ ਹਾਬੜਿਆ ਹੋਇਆ ਸਾਹ ਲੈਣ ਲੱਗ ਪਿਆ। ਆਪਣੀਆਂ ਪਤਲੀਆਂ ਪਤਲੀਆਂ ਵੱਖੀਆਂ ਨੂੰ ਮਰੋੜਨ ਲੱਗਾ। ਸੁਣਨ ਲੱਗ ਪਿਆ। ਰੋਜ਼ ਜਾ ਚੁੱਕਾ ਸੀ, ਪਰ ਜਿੱਥੇ ਖੜਾ ਸੀ ਉਹਦੇ ਨੇੜੇ ਰਿੱਛ ਨੂੰ ਐਸੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਜਿਹੜੀਆਂ ਕੋਈ ਜਿਉਂਦਾ ਜਾਗਦਾ ਤੇ ਸ਼ਾਇਦ ਕਮਜ਼ੋਰ ਜੀਵ ਪੈਦਾ ਕਰਦਾ ਲੱਗਦਾ ਸੀ। ਰਿੱਛ ਦੇ ਰੁੱਖੇ ਲੂੰ ਖੜੇ ਹੋ ਗਏ। ਇਹਨੇ ਆਪਣੀ ਥੂਥਣੀ ਅੱਗੇ ਨੂੰ ਕੀਤੀ ਤੇ ਫਿਰ ਮੈਦਾਨ ਦੇ ਕਿਨਾਰੇ ਵੱਲੋਂ ਕਰੁਣਾਮਈ ਆਵਾਜ਼ ਆਉਣ ਲੱਗੀ, ਜਿਹੜੀ ਮਸਾਂ ਹੀ ਸੁਣਾਈ ਦਿੰਦੀ ਸੀ। ਹੌਲੀ ਹੌਲੀ ਆਪਣੇ ਨਰਮ ਪੰਜਿਆਂ ਭਾਰ ਚੱਲਦਾ, ਜਿਨ੍ਹਾਂ ਹੇਠਾਂ ਸਖਤ ਖੁਸ਼ਕ ਬਰਫ਼ ਕਰਚ ਕਰਚ ਕਰਨ ਲੱਗ ਪਈ ਸੀ। ਰਿੱਛ ਬੇਹਰਕਤ ਪਏ ਮਨੁੱਖੀ ਆਕਾਰ ਵੱਲ ਤੁਰ ਪਿਆ, ਜਿਹੜਾ ਬਰਫ਼ 'ਚ ਅੱਧ ਦੱਬਿਆ ਪਿਆ ਸੀ। ਅੰਗ ਦੂਸਰਾ। ਪਾਇਲਟ ਅਲੈਕਸੇਈ ਮਰੇਸੇਯੇਵ ਦੋਹਰੀ ਕੈਂਚੀ 'ਚ ਫਸ ਗਿਆ ਸੀ। ਹਵਾਈ ਲੜਾਈ 'ਚ ਭੈੜੀ ਤੋਂ ਭੈੜੀ ਚੀਜ਼ ਹੈ ਜਿਹੜੀ ਕਿਸੇ ਨਾਲ ਵਾਪਰ ਸਕਦੀ ਹੈ। ਉਹਦਾ ਸਾਰਾ ਅਸਲਾ ਖਤਮ ਹੋ ਚੁੱਕਾ ਸੀ ਜਦੋਂ ਜਰਮਨ ਹਵਾਈ ਜਹਾਜ਼ਾਂ ਨੇ ਉਹਨੂੰ ਘੇਰ ਲਿਆ ਤੇ ਬਚ ਨਿਕਲਣ ਜਾਂ ਆਪਣਾ ਰਾਹ ਬਦਲਣ ਦਾ ਕੋਈ ਵੀ ਮੌਕਾ ਦਿੱਤੇ ਬਿਨਾਂ ਉਹਨੂੰ ਆਪਣੇ
ਅੱਡੇ ਵੱਲ ਲਿਜਾਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਇੰਜ ਵਾਪਰਿਆ, ਲੈਫਟੀਨੈਂਟ ਮੇਰੇਸੇਯੇਵ ਦੀ ਕਮਾਨ ਹੇਠ ਲੜਾਕਾ ਹਵਾਈ ਜਹਾਜ਼ਾਂ ਦਾ ਇੱਕ ਦਸਤਾ ਇਲ ਹਵਾਈ ਜਹਾਜ਼ਾਂ ਦੇ ਰਖਵਾਲੇ ਦਸਤੇ ਵਜੋਂ ਗਿਆ। ਇਹਨਾਂ ਇਲ ਹਵਾਈ ਜਹਾਜ਼ਾਂ ਨੇ ਦੁਸ਼ਮਣ ਦੇ ਹਵਾਈ ਅੱਡੇ 'ਤੇ ਹਮਲਾ ਕਰਨਾ ਸੀ। ਇਹ ਦਲੇਰ ਕਾਰਵਾਈ ਸਫਲ ਰਹੀ। ਸਤੋਰਮੋਵਿਕ, ਜਿਨ੍ਹਾਂ ਨੂੰ ਕਿ ਪੈਦਲ ਫੌਜ ਵਿੱਚ ਉੱਡਣੀ ਟੈਂਕ ਕਿਹਾ ਜਾਂਦਾ ਸੀ, ਦਿਆਰ ਦੇ ਦਰਖਤਾਂ ਦੀਆਂ ਟੀਸੀਆਂ ਨੂੰ ਲਗਭਗ ਛੂੰਹਦੇ ਹੋਏ ਚੁੱਪਚਾਪ ਬਿਲਕੁਲ ਹਵਾਈ ਅੱਡੇ ਤੱਕ ਚਲੇ ਗਏ, ਜਿੱਥੇ ਕਿੰਨੇ ਸਾਰੇ ਵੱਡੇ ਟਰਾਂਸਪੋਰਟ ਜੁੰਕਰ ਕਤਾਰਾਂ 'ਚ ਖੜ੍ਹੇ ਸਨ। ਇੱਕਦਮ ਸਲੇਟੀ ਨੀਲੇ ਦਿਆਰਾਂ ਦੇ ਜੰਗਲ ਦੇ ਪਿੱਛੋਂ ਟੁੱਬੀ ਲਾਉਂਦਿਆਂ ਉਹ ਗਰਜਦੇ ਹੋਏ ਅੱਡੇ ਦੇ ਉੱਪਰ ਟੁੱਟ ਪਏ। ਆਪਣੀਆਂ ਮਸ਼ੀਨ ਗੰਨਾਂ ਤੇ ਤੋਪਾਂ ਨਾਲ ਭਾਰੀ ਟਰਾਂਸਪੋਰਟ ਹਵਾਈ ਜਹਾਜ਼ਾਂ ਉੱਤੇ ਗੋਲੀਆਂ ਦੇ ਗੋਲੇ ਭਰਾਉਣ ਲੱਗੇ ਤੇ ਰਾਕਟਾਂ ਚਲਾਉਣ ਲੱਗੇ। ਮੇਰੇਸੇਯੇਵ ਆਪਣੇ 4 ਹਵਾਈ ਜਹਾਜ਼ਾਂ ਦੇ ਦਸਤੇ ਨਾਲ ਹਮਲੇ ਦੇ ਹਲਕੇ ਦੀ ਰਾਖੀ ਕਰ ਰਿਹਾ ਸੀ। ਉਹਨੂੰ ਆਦਮੀਆਂ ਦੇ ਕਾਲੇ ਆਕਾਰ ਅੱਡੇ ਉੱਤੇ ਦੌੜੇ ਫਿਰਦੇ ਸਪਸ਼ਟ ਵਿਖਾਈ ਦਿੱਤੇ। ਉਹਨੇ ਦੇਖਿਆ ਜੰਮ ਕੇ ਸਖਤ ਹੋਈ ਬਰਫ਼ ਉੱਤੇ ਟਰਾਂਸਪੋਰਟ ਹਵਾਈ ਜਹਾਜ਼ ਬੋਝਲ ਤਰ੍ਹਾਂ ਨਾਲ ਰੀਂਗ ਰਹੇ ਸਨ। ਉਹਨੇ ਸਤੋਰਮੋਵਿਕਾਂ ਨੂੰ ਮੁੜ ਕੇ ਹਮਲੇ ਲਈ ਵਾਪਸ ਆਉਂਦਿਆਂ ਵੇਖਿਆ। ਇਹ ਵੀ ਦੇਖਿਆ ਵੀ ਗੋਲੀਆਂ ਦੀ ਵਿਛਾੜ ਹੇਠਾਂ ਜੁੰਕਰਾਂ ਦੇ ਅਮਲੇ ਆਪਣੇ ਹਵਾਈ ਜਹਾਜ਼ਾਂ ਨੂੰ ਚਲਾ ਕੇ ਰਨਵੇ ਤੱਕ ਲਿਜਾ ਰਹੇ ਹਨ ਤੇ ਹਵਾ 'ਚ ਉਡਾ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਥਾਂ ਆ ਕੇ ਅਲੈਕਸੇਈ ਮਾਰੂ ਗਲਤੀ ਕਰ ਬੈਠਾ। ਹਮਲੇ ਦੇ ਹਲਕੇ ਦੀ ਚੌਕਸੀ ਨਾਲ ਰਾਖੀ ਕਰਨ ਦੀ ਥਾਂ ਉਹਨੇ ਆਪਣੇ ਆਪ ਨੂੰ, ਜਿਵੇਂ ਕਿ ਹਵਾਬਾਜ਼ ਕਹਿੰਦੇ ਸਨ, ਸੌਖੇ ਸ਼ਿਕਾਰ ਦੇ ਝਾਂਸੇ 'ਚ ਆ ਜਾਣ ਦਿੱਤਾ। ਉਹਨੇ ਟੁੱਬੀ ਮਾਰੀ ਇੱਕ ਟਰਾਂਸਪੋਰਟ ਜਹਾਜ਼ ਉੱਤੇ, ਜਿਹੜਾ ਅਜੇ ਜ਼ਮੀਨ ਤੋਂ ਥੋੜ੍ਹਾ ਹੀ ਉੱਚਾ ਉੱਠਿਆ ਸੀ। ਆਪਣੇ ਹਵਾਈ ਜਹਾਜ਼ ਨੂੰ ਪੱਥਰ ਵਾਂਗ ਸੁੱਟ ਦਿੱਤਾ ਤੇ ਉਹਦੇ ਬਹਿਰੰਗੇ, ਚੌਕੋਰ ਤੇ ਲਹਿਰੀਏਦਾਰ ਐਲਮੀਨੀਅਮ ਦੇ ਢਾਂਚੇ ਨੂੰ ਆਪਣੀ ਮਸ਼ੀਨ ਗਨ ਦੀਆਂ ਗੋਲੀਆਂ ਨਾਲ ਵਿੰਨ੍ਹ ਦਿੱਤਾ। ਉਹਨੂੰ ਆਪਣੇ ਆਪ ਉੱਤੇ ਇੰਨਾ ਯਕੀਨ ਸੀ ਕਿ ਉਹਨੇ ਦੁਸ਼ਮਣ ਦੇ ਹਵਾਈ ਜਹਾਜ਼ ਨੂੰ ਜ਼ਮੀਨ ਉੱਤੇ ਡਿੱਗਦਿਆਂ ਦੇਖਣ ਦੀ ਵੀ ਪਰਵਾਹ ਨਾ ਕੀਤੀ। ਅੱਡੇ 'ਤੇ ਦੂਜੇ ਪਾਸੇ ਇੱਕ ਹੋਰ ਜੁੰਕਰ ਹਵਾ 'ਚ ਉੱਠਿਆ। ਅਲੈਕਸੇਈ ਉਹਦੇ ਮਗਰ ਗਿਆ। ਉਹਨੇ ਹਮਲਾ ਕੀਤਾ ਪਰ ਸਫਲ ਨਾ ਹੋਇਆ। ਉਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੀਆਂ ਬੁਛਾੜਾਂ ਦੁਸ਼ਮਣ ਦੇ ਹੌਲੀ-ਹੌਲੀ ਹਵਾ 'ਚ ਉੱਠ ਰਹੇ ਜਹਾਜ਼ ਦੇ ਉੱਪਰੋਂ ਦੀ ਲੰਘ ਗਈਆਂ। ਉਹਨੇ ਤੇਜ਼ ਮੋੜ ਕੱਟਿਆ ਤੇ ਮੁੜ ਕੇ ਹਮਲਾ ਕਰ ਦਿੱਤਾ, ਪਰ ਇਹ ਅਸਫਲ ਰਿਹਾ। ਮੁੜ ਆਪਣੇ ਸ਼ਿਕਾਰ ਨੂੰ ਆ ਦਬੋਚਿਆ ਤੇ ਇਸ ਵਾਰੀ ਇਹਦੇ ਚੌੜੇ ਸਿਗਾਰ ਵਰਗੇ ਢਾਂਚੇ 'ਚ ਗਜ਼ਬਨਾਕ ਢੰਗ ਨਾਲ ਦੂਰੋਂ ਕਈ ਵਾਰੀ ਗੋਲੀਆਂ ਵਰਾ ਕੇ ਇਹਨੂੰ ਹੇਠਾਂ ਸੁੱਟ ਦਿੱਤਾ। ਜੁੰਕਰਾਂ ਨੂੰ ਹੇਠਾਂ ਸੁੱਟਣ ਤੇ ਉਸ ਥਾਂ ਜਿੱਥੇ ਅਨੰਤ ਜੰਗਲ ਦੇ ਲਹਿਰਾ ਰਹੇ ਹਰੇ ਸਾਗਰ 'ਚ ਧੂੰਏਂ ਦਾ ਇੱਕ ਕਾਲਾ ਥੰਮ ਨਿਕਲ ਰਿਹਾ ਸੀ। 2 ਵਾਰੀ ਜੇਤੂ ਅੰਦਾਜ਼ ਨਾਲ ਚੱਕਰ ਲਾਉਣ ਤੋਂ ਮਗਰੋਂ ਉਹਨੇ ਆਪਣੇ ਹਵਾਈ ਜਹਾਜ਼ ਨੂੰ ਵਾਪਸ ਦੁਸ਼ਮਣ ਦੇ ਹਵਾਈ ਅੱਡੇ ਵੱਲ ਲੈ ਆਂਦਾ, ਪਰ ਉਹ ਉੱਥੇ ਨਾ ਪੁੱਜ ਸਕਿਆ। ਉਹਨੇ ਆਪਣੇ 3 ਹਵਾਈ ਜਹਾਜ਼ਾਂ ਨੂੰ 9 ਮੇਸਰਾਂ ਨਾਲ ਲੜਦੇ ਵੇਖਿਆ, ਜਿਨ੍ਹਾਂ ਨੂੰ ਪ੍ਰਤੱਖ ਤੌਰ ਉੱਤੇ ਸਤੋਰਮੋਵਿਕਾਂ ਦੇ ਹਮਲੇ ਨੂੰ ਪਛਾੜਨ ਲਈ ਜਰਮਨ ਹਵਾਈ ਅੱਡੇ ਦੇ ਕਮਾਂਡਰ ਨੂੰ ਬੁਲਾ ਲਿਆ ਸੀ। ਜਰਮਨ ਹਵਾਈ ਜਹਾਜ਼ ਉਹਨਾਂ ਨਾਲੋਂ 3 ਗੁਣਾ ਸਨ, ਪਰ ਤਾਂ ਵੀ ਹਵਾਬਾਜ਼ ਬੜੀ ਦਲੇਰੀ ਨਾਲ ਉਹਨਾਂ 'ਤੇ ਟੁੱਟ ਪਏ ਤੇ ਉਹਨਾਂ ਨੂੰ ਸਤੋਰਮੋਵਿਕਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਨ ਲੱਗੇ। ਉਹ ਦੁਸ਼ਮਣ ਨੂੰ ਦੂਰ ਲਿਜਾਈ ਜਾ ਰਹੇ ਸਨ, ਜਿਵੇਂ ਕਿ ਕਾਲੀ ਪਹਾੜੀ ਕੁੱਕੜੀ ਜ਼ਖਮੀ ਹੋਣ ਦੇ ਨਾਟਕ ਕਰਕੇ ਸ਼ਿਕਾਰੀਆਂ ਦਾ ਧਿਆਨ ਖਿੱਚ ਲੈਂਦੀ ਹੈ ਤਾਂ ਕਿ ਉਹਦੇ ਚੂਚੇ ਬਚੇ ਰਹਿਣ। ਅਲੈਕਸੇਈ ਇਸ ਗੱਲ ਉੱਤੇ ਕਿ ਉਹਨੇ ਆਪਣੇ ਆਪ ਨੂੰ ਸੌਖੇ ਸ਼ਿਕਾਰ ਦੇ ਲਾਲਚ ਵਿੱਚ ਫਸ ਜਾਣ ਦਿੱਤਾ ਸੀ, ਇੰਨਾ ਸ਼ਰਮਿੰਦਾ ਹੋਇਆ ਕਿ ਉਹਦੀ ਟੋਪੀ ਦੇ ਹੇਠਾਂ ਉਹਦੀਆਂ ਗੱਲਾਂ ਬਲਦੀਆਂ ਮਹਿਸੂਸ ਹੋਣ ਲੱਗੀਆਂ। ਉਹਨੇ ਇੱਕ ਨਿਸ਼ਾਨਾ ਚੁਣਿਆ ਤੇ ਆਪਣੇ ਦੰਦਾਂ ਦੀ ਕਚੀਚੀ ਭਰਦਿਆਂ ਲੜਾਈ 'ਚ ਜਾ ਕੁੱਦਿਆ। ਉਹਨੇ ਜਿਹੜਾ ਨਿਸ਼ਾਨਾ ਚੁਣਿਆ ਸੀ ਉਹ ਇੱਕ ਐਸਾ ਮੇਸ਼ਰ ਸੀ ਜਿਹੜਾ ਬਾਕੀ ਦਿਆਂ ਨਾਲੋਂ ਜ਼ਰਾ ਵੱਖ ਹੋ ਗਿਆ ਸੀ ਤੇ ਪ੍ਰਤੱਖ ਤੌਰ ਉੱਤੇ ਉਹ ਵੀ ਸ਼ਿਕਾਰ ਦੀ ਭਾਲ ਵਿੱਚ ਸੀ। ਆਪਣੇ ਹਵਾਈ ਜਹਾਜ਼ ਨੂੰ ਜਿੱਥੋਂ ਤੱਕ ਵੱਧ ਤੋਂ ਵੱਧ ਸੰਭਵ ਸੀ ਰਫ਼ਤਾਰ ਦਿੰਦਿਆਂ ਉਹਨੇ ਪਾਸਿਓਂ ਦੀ ਦੁਸ਼ਮਣ ਉੱਤੇ ਹਮਲਾ ਕੀਤਾ। ਉਹਨੇ ਹਮਲੇ ਦੀ ਕਲਾ ਦੇ ਸਾਰੇ ਨਿਯਮਾਂ ਅਨੁਸਾਰ ਜਰਮਨ 'ਤੇ ਹਮਲਾ ਕੀਤਾ। ਦੁਸ਼ਮਣ ਦਾ ਹਵਾਈ ਨਿਸ਼ਾਨਾ ਬੰਨ੍ਹਣ ਵਾਲੀ ਚਕੋਰ ਦੁਆਲੇ ਦੇ ਮੱਕੜੀ ਦੇ ਜਾਲੇ 'ਚ ਸਪਸ਼ਟ ਦਿਖਾਈ ਦੇ ਰਿਹਾ ਸੀ ਕਿ ਜਦੋਂ ਅਲੈਕਸੇਈ ਨੇ ਘੋੜਾ ਦਬਾ ਦਿੱਤਾ, ਪਰ ਦੁਸ਼ਮਣ ਦਾ ਹਵਾਈ ਜਹਾਜ਼ ਅੱਛੋਂ ਹੀ ਲੰਘ ਗਿਆ। ਇਹ ਨਹੀਂ ਸੀ ਹੋ ਸਕਦਾ ਕਿ ਅਲੈਕਸੇਈ ਦਾ ਨਿਸ਼ਾਨਾ ਖੁੰਝ ਗਿਆ ਹੋਵੇ। ਨਿਸ਼ਾਨਾ ਨੇੜੇ ਹੀ ਸੀ ਤੇ ਸਾਫ਼ ਦਿਖਾਈ ਦੇ ਰਿਹਾ ਸੀ।
ਅਸਲਾ। ਲੈਕਸਈ ਨੇ ਅੰਦਾਜ਼ਾ ਲਾਇਆ ਤੇ ਇੱਕਦਮ ਇੱਕ ਠੰਡੀ ਜਿਹੀ ਕੰਬਣੀ ਉਹਦੀ ਰੀੜ੍ਹ 'ਚ ਦੌੜ ਗਈ। ਉਹਨੇ ਗੰਨਾਂ ਨੂੰ ਅਜ਼ਮਾਉਣ ਲਈ ਇੱਕ ਵਾਰੀ ਫੇਰ ਘੋੜਾ ਦਬਾਇਆ, ਪਰ ਉਹਨੂੰ ਉਹ ਥਿਰਕਣ ਨਾ ਮਹਿਸੂਸ ਹੋਈ, ਜਿਸ ਥਿਰਕਣ ਨੂੰ ਹਰ ਪਾਇਲਟ ਆਪਣੇ ਸਾਰੇ ਵਜੂਦ ਨਾਲ ਮਹਿਸੂਸ ਕਰਦਾ ਹੈ। ਜਦੋਂ ਆਪਣੀਆਂ ਮਸ਼ੀਨ ਗੰਨਾਂ ਚਲਾਉਂਦਾ ਹੈ, ਗੋਲੀਆਂ ਮੁੱਕ ਚੁੱਕੀਆਂ ਸੀ। ਉਹਨੇ ਟਰਾਂਸਪੋਰਟ ਜਹਾਜ਼ਾਂ ਦਾ ਪਿੱਛਾ ਕਰਦਿਆਂ ਸਾਰਾ ਅਸਲਾ ਖ਼ਤਮ ਕਰ ਦਿੱਤਾ ਸੀ। ਧੰਨਵਾਦ। ਚੱਲਦਾ।